माता भूमि पुत्रो हम पृथिव्याः। ਭਾਵ ਧਰਤੀ ਸਾਡੀ ਮਾਤਾ ਹੈ ਅਤੇ ਅਸੀਂ ਉਸ ਦੇ ਪੁੱਤਰ। ਮਾਤਾ ਤੇ ਪੁੱਤਰ ਦੇ ਇਸ ਪਵਿੱਤਰ ਰਿਸ਼ਤੇ ਦਾ ਪੁਲ ਭਾਵ ਕੁਦਰਤੀ ਖੇਤੀ। ਕੁਦਰਤੀ ਖੇਤੀ ਪ੍ਰਕਿਰਿਆ ਵਿੱਚ ਧਰਤੀ ਦਾ ਅੰਮ੍ਰਿਤ ਜੀਵਾਮ੍ਰਿਤ। ਆਓ ਆਪਾਂ ਜਾਣਦੇ ਹਾਂ ਕਿ ਜੀਵਾਮ੍ਰਿਤ ਦਾ ਨਿਰਮਾਣ ਕਿਵੇਂ ਹੁੰਦਾ ਹੈ। ਪ੍ਰਯੋਗਾਂ ਤੋਂ ਪਤਾ ਲੱਗਿਆ ਹੈ ਕਿ 10 ਕਿਲੋਗ੍ਰਾਮ ਗੋਬਰ ਦੇ ਨਾਲ ਗੋਮੂਤਰ, ਗੁੜ ਤੇ 2 ਦਲੀਆਂ ਚੀਜ਼ਾਂ ਦਾ ਆਟਾ ਜਾਂ ਬੇਸਣ ਆਦਿ ਮਿਲਾ ਕੇ ਜੇਕਰ ਉਸ ਦੀ ਵਰਤੋਂ ਕੀਤੀ ਜਾਵੇ ਤਾਂ ਚਮਤਕਾਰੀ ਨਤੀਜੇ ਮਿਲਦੇ ਨੇ, ਜਿਸ ਦਾ ਨਾਂ ਰੱਖਿਆ ਗਿਆ ਹੈ ਜੀਵਾਮ੍ਰਿਤ। ਜੀਵਾਮ੍ਰਿਤ ਬਣਾਉਣ ਲਈ ਜ਼ਰੂਰੀ ਸਮੱਗਰੀ ਦੇਖਦੇ ਹਾਂ। 10 ਕਿਲੋਗ੍ਰਾਮ ਦੇਸੀ ਗਾਂ ਦਾ ਗੋਬਰ, 8 ਤੋਂ 10 ਲੀਟਰ ਦੇਸੀ ਗਾਂ ਦਾ ਗੋਮੂਤਰ, 1.5 ਤੋਂ 2 ਕਿਲੋ ਗੁੜ, 1.5 ਤੋਂ 2 ਕਿਲੋਗ੍ਰਾਮ ਬੇਸਣ, 180 ਲੀਟਰ ਪਾਣੀ, ਮੁੱਠੀ ਭਰ ਦਰਖਤ ਦੇ ਹੇਠਾਂ ਦੀ ਮਿੱਟੀ। ਆਸਾਨੀ ਨਾਲ ਉਪਲਬਧ ਇਸ ਸਮੱਗਰੀ ਨਾਲ ਜੀਵਾਮ੍ਰਿਤ ਬਣਾਉਣ ਦੀ ਵਿਧੀ ਵੀ ਇੰਨੀ ਸਰਲ ਹੈ ਕਿ ਕੋਈ ਵੀ ਕਿਸਾਨ ਇਸ ਨੂੰ ਆਪਣੇ ਆਪ ਬਣਾ ਸਕਦਾ ਹੈ। ਇਸ ਸਮੱਗਰੀ ਵਿੱਚੋਂ ਗੁੜ, ਬੇਸਣ ਅਤੇ ਗੋਬਰ ਨੂੰ ਪਾਣੀ ਜਾਂ ਗੋਮੂਤਰ ਦੀ ਵਰਤੋਂ ਕਰਕੇ ਚੰਗੀ ਤਰ੍ਹਾਂ ਮਸਲ ਕੇ ਤਰਲ ਜਿਹਾ ਬਣਾ ਲਓ। ਹੁਣ ਇਹਨਾਂ ਚੀਜ਼ਾਂ ਨੂੰ ਇੱਕ ਡਰਮ ਵਿੱਚ ਪਾ ਕੇ ਉਸ ਨੂੰ ਲੱਕੜ ਦੇ ਇੱਕ ਡੰਡੇ ਨਾਲ ਘੋਲਣਾ ਹੈ। ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਜੀਵਾਮ੍ਰਿਤ ਬਣਨ ਲਈ 2 ਤੋਂ 3 ਦਿਨ ਲਈ ਛਾਂ ਵਿੱਚ ਰੱਖ ਦੇਣਾ ਹੈ। ਹਰ ਰੋਜ਼ ਘੜੀ ਦੀਆਂ ਸੂਈਆਂ ਘੁੰਮਣ ਦੀ ਦਿਸ਼ਾ ਵਿੱਚ ਇੱਕ ਲੱਕੜ ਦੇ ਡੰਡੇ ਨਾਲ 2 ਮਿੰਟ ਤੱਕ ਇਸ ਨੂੰ ਘੋਲਣਾ ਹੈ ਅਤੇ ਫਿਰ ਜੀਵਾਮ੍ਰਿਤ ਨੂੰ ਬੋਰੇ ਨਾਲ ਢੱਕ ਦੇਣਾ ਹੈ। ਇਹ ਜੀਵਾਮ੍ਰਿਤ ਜਦ ਸਿੰਚਾਈ ਵੇਲੇ ਖੇਤ ਵਿੱਚ ਪਾਇਆ ਜਾਂਦਾ ਹੈ ਤਾਂ ਜ਼ਮੀਨ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਹੈਰਾਨੀਜਨਕ ਰੂਪ ਨਾਲ ਵੱਧ ਜਾਂਦੀ ਹੈ ਅਤੇ ਜ਼ਮੀਨ ਦੇ ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ। ਜੀਵਾਮ੍ਰਿਤ ਨੂੰ ਮਹੀਨੇ ਵਿੱਚ 2 ਵਾਰ ਜਾਂ 1 ਵਾਰ ਉਪਲਬਧਤਾ ਅਨੁਸਾਰ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਿੰਚਾਈ ਦੇ ਪਾਣੀ ਦੇ ਨਾਲ ਪਾਓ। ਫਲਦਾਰ ਦਰਖਤਾਂ ਦੇ ਨੇੜੇ ਦੁਪਹਿਰ 12 ਵਜੇ ਜੋ ਛਾਂ ਪੈਂਦੀ ਹੈ, ਉਸ ਛਾਂ ਦੇ ਹੇਠਾਂ ਪ੍ਰਤੀ ਦਰਖਤ 2 ਤੋਂ 5 ਲੀਟਰ ਜੀਵਾਮ੍ਰਿਤ ਜ਼ਮੀਨ ਤੇ ਮਹੀਨੇ ਵਿੱਚ 1 ਵਾਰ ਜਾਂ 2 ਵਾਰ ਗੋਲਾਕਾਰ ਵਿੱਚ ਪਾਉਣਾ ਹੈ। ਇਸ ਨਾਲ ਮਿੱਟੀ ਸਿਹਤਮੰਦ ਬਣਦੀ ਹੈ ਅਤੇ ਫਸਲ ਵੀ ਉਨੀ ਹੀ ਬਿਹਤਰ ਮਿਲਦੀ ਹੈ। ਇਸ ਨਾਲ ਕਿਸਾਨ ਦੇ ਮਿੱਤਰ ਮੰਨੇ ਜਾਂਦੇ ਗੰਡੋਇਆਂ ਦੀ ਗਿਣਤੀ ਵੀ ਵਧਦੀ ਹੈ। ਕੁਦਰਤੀ ਖੇਤੀ ਵਿੱਚ ਡੂੰਘਾ ਹਲ ਵਾਹੁਣ ਦੀ ਵੀ ਲੋੜ ਨਹੀਂ ਹੁੰਦੀ। ਇੰਨਾ ਹੀ ਨਹੀਂ, ਕੁਦਰਤੀ ਖੇਤੀ ਭੂਮੀਗਤ ਜਲ ਨੂੰ ਵੀ ਬਚਾਉਂਦੀ ਹੈ। ਇਸ ਪ੍ਰਕਿਰਿਆ ਨਾਲ ਮੁੱਖ ਫਸਲਾਂ ਦੇ ਨਾਲੋਂ ਨਾਲ ਸਹਿਯੋਗੀ ਫਸਲਾਂ ਨੂੰ ਵੀ ਉਗਾਇਆ ਜਾ ਸਕਦਾ ਹੈ। ਕਣ ਜੀਵਾਮ੍ਰਿਤ ਦਾ ਹੀ ਸੁਕਾਇਆ ਹੋਇਆ ਰੂਪ ਹੈ, ਜਿਸ ਨੂੰ ਫਸਲ ਬੀਜਣ ਤੋਂ ਪਹਿਲਾਂ ਜ਼ਮੀਨ ਵਿੱਚ ਮਿਲਾਇਆ ਜਾਂਦਾ ਹੈ। ਧੁੱਪ ਵਿੱਚ ਸੁਕਾਏ ਗਏ 200 ਕਿਲੋਗ੍ਰਾਮ ਗੋਬਰ ਵਿੱਚ ਤਾਜ਼ਾ ਬਣਿਆ 20 ਲੀਟਰ ਜੀਵਾਮ੍ਰਿਤ ਮਿਲਾ ਕੇ 2 ਦਿਨ ਛਾਂ ਵਿੱਚ ਰੱਖਿਆ ਜਾਂਦਾ ਹੈ। ਇਸ ਨੂੰ ਇੱਕ ਵਾਰ ਫੇਰ ਧੁੱਪ ਵਿੱਚ ਸੁਕਾ ਕੇ ਅਤੇ ਡੰਡੇ ਨਾਲ ਕੁੱਟ ਕੇ ਬਾਰੀਕ ਕਰ ਲਿਆ ਜਾਂਦਾ ਹੈ। ਇਹੀ ਕਣ ਜੀਵਾਮ੍ਰਿਤ ਹੈ, ਜਿਸ ਨੂੰ 1 ਏਕੜ ਲਈ ਵਰਤਿਆ ਜਾ ਸਕਦਾ ਹੈ। ਕੁਦਰਤੀ ਖੇਤੀ ਦਾ ਇੱਕ ਜ਼ਰੂਰੀ ਅੰਗ ਬੀਜਾਮ੍ਰਿਤ ਹੈ। ਬੀਜਾਮ੍ਰਿਤ ਜਿੱਥੇ ਬੀਜਾਂ ਨੂੰ ਰੋਗਾਂ ਤੋਂ ਬਚਾਉਂਦਾ ਹੈ, ਉੱਥੇ ਹੀ ਇਸ ਦੀ ਫੁੱਟਣ ਦੀ ਸਮਰੱਥਾ ਨੂੰ ਵੀ ਅਨੋਖੇ ਤੌਰ ਤੇ ਵਧਾ ਦਿੰਦਾ ਹੈ। ਦੇਸੀ ਗਾਂ ਦੇ 5 ਕਿਲੋ ਗੋਬਰ, 5 ਲੀਟਰ ਗੋਮੂਤਰ, 50 ਗ੍ਰਾਮ ਬੁਝਿਆ ਹੋਇਆ ਚੂਨਾ ਤੇ ਥੋੜੀ ਜਿਹੀ ਮਿੱਟੀ ਨੂੰ 20 ਲੀਟਰ ਪਾਣੀ ਵਿੱਚ ਮਿਲਾ ਕੇ ਬੀਜਾਮ੍ਰਿਤ ਬਣਦਾ ਹੈ। ਇੱਕ ਰਾਤ ਰੱਖਣ ਤੋਂ ਬਾਅਦ ਇਸ ਵਿੱਚ 100 ਕਿਲੋ ਬੀਜ ਦਾ ਸੰਸਕਾਰ ਕੀਤਾ ਜਾਂਦਾ ਹੈ। ਇਸ ਦੇ 1 ਦਿਨ ਬਾਅਦ ਸੰਸਕਾਰਿਤ ਬੀਜ ਬਿਜਾਈ ਲਈ ਤਿਆਰ ਹੋ ਜਾਂਦਾ ਹੈ। ਜ਼ਮੀਨ ਨੂੰ ਢੱਕਣਾ ਕੁਦਰਤੀ ਖੇਤੀ ਦਾ ਇੱਕ ਮਹੱਤਵਪੂਰਨ ਨੇਮ ਹੈ। ਖੇਤੀਯੋਗ ਸਾਰੀ ਜ਼ਮੀਨ ਨੂੰ ਫਸਲਾਂ ਦੀ ਰਹਿੰਦ-ਖੂੰਹਦ ਜਾਂ ਥੋੜੇ ਸਮੇਂ ਦੀਆਂ ਛੋਟੀਆਂ ਫਸਲਾਂ ਨਾਲ ਪੂਰਾ ਢੱਕ ਦਿੱਤਾ ਜਾਂਦਾ ਹੈ। ਇਸ ਨਾਲ ਜ਼ਮੀਨ ਵਿੱਚ ਨਮੀ ਬਣੀ ਰਹਿੰਦੀ ਹੈ ਅਤੇ ਇਹ ਵਾਤਾਵਰਣ ਵਿੱਚੋਂ ਨਮੀ ਨੂੰ ਖਿੱਚ ਕੇ ਖੇਤੀ ਲਈ ਪਾਣੀ ਦੀ ਖਪਤ ਨੂੰ ਵੀ ਅਨੋਖੇ ਰੂਪ ਵਿੱਚ ਘਟਾ ਦਿੰਦਾ ਹੈ। ਮਿੱਤਰ ਕੀੜਿਆਂ ਅਤੇ ਗੰਡੋਇਆਂ ਦੀਆਂ ਗਤੀਵਿਧੀਆਂ ਨੂੰ ਵੀ ਵਧਾਉਂਦਾ ਹੈ, ਨਦੀਨਾਂ ਨੂੰ ਰੋਕਦਾ ਹੈ ਅਤੇ ਅਖੀਰ ਵਿੱਚ ਖੰਡਿਤ ਹੋ ਕੇ ਜ਼ਮੀਨ ਵਿੱਚੋਂ ਕਾਰਬਨ ਦੇ ਨਿਕਾਸ ਨੂੰ ਰੋਕ ਕੇ ਜ਼ਮੀਨ ਦੀ ਜੈਵਿਕ ਕਾਰਬਨ ਸਮਰੱਥਾ ਨੂੰ ਵਧਾਉਂਦਾ ਹੈ। ਇਸ ਖੇਤੀ ਵਿਧੀ ਵਿੱਚ ਵਾਪਸਾ ਨਿਰਮਾਣ ਵੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ, ਜਿਸ ਵਿੱਚ ਜ਼ਮੀਨ ਵਿੱਚ ਹਵਾ ਅਤੇ ਨਮੀ ਦਾ ਬਰਾਬਰ ਸੰਤੁਲਨ ਬਰਕਰਾਰ ਰੱਖਿਆ ਜਾਂਦਾ ਹੈ। ਕੁਦਰਤੀ ਖੇਤੀ ਵਿਧੀ
ਸਿਰਫ ਜ਼ਮੀਨ ਦੀ ਉਤਪਾਦਨ ਸਮਰੱਥਾ ਨੂੰ ਹੀ ਨਹੀਂ ਵਧਾਉਂਦੀ, ਸਗੋਂ ਇਹ ਕੀਟ ਪਤੰਗਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਇੱਕ ਪ੍ਰਭਾਵਸ਼ਾਲੀ ਬਦਲ ਦਿੰਦੀ ਹੈ। ਫਸਲਾਂ ਉੱਪਰ ਕੀਟ ਪਤੰਗਿਆਂ ਦੀ ਰੋਕਥਾਮ ਦੇ ਲਈ ਸਥਾਨਕ ਵਨਸਪਤੀ ਤੇ ਆਧਾਰਿਤ ਸਸਤੀ ਤੇ ਕਿਸਾਨ ਦੇ ਖੇਤ ਵਿੱਚ ਹੀ ਬਣਨ ਵਾਲੀ ਚੀਜ਼ ਹੈ ਅਗਨੀ ਅਸਤਰ। 5 ਕਿਲੋ ਨਿੰਮ ਜਾਂ ਹੋਰ ਕੋਈ ਸਥਾਨਕ ਪੌਦਾ ਜਿਸ ਨੂੰ ਗਾਂ ਨਹੀਂ ਖਾਂਦੀ ਉਸ ਦੇ ਪੱਤੇ, 20 ਲੀਟਰ ਦੇਸੀ ਗਾਂ ਦਾ ਮੂਤਰ, 500 ਗ੍ਰਾਮ ਤੰਬਾਕੂ ਪਾਊਡਰ, 500 ਗ੍ਰਾਮ ਹਰੀ ਮਿਰਚ ਅਤੇ 50 ਗ੍ਰਾਮ ਲਸਣ ਦੇ ਪੇਸਟ ਨੂੰ ਮਿਲਾ ਕੇ ਮੱਧਮ ਅੱਗ ਤੇ ਉਬਾਲ ਕੇ 48 ਘੰਟੇ ਲਈ ਰੱਖਿਆ ਜਾਂਦਾ ਹੈ। ਸਵੇਰੇ ਸ਼ਾਮ 2-2 ਮਿੰਟਾਂ ਲਈ ਘੋਲੋ। ਇਸ ਘੋਲ ਨੂੰ 6 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ 1 ਏਕੜ ਵਿੱਚ ਛਿੜਕਾਅ ਕਰੋ। ਨੀਮਾਸਤਰ, ਬ੍ਰਹਮਾਸਤਰ, ਦਸ਼ ਪਾਣੀ ਅਰਕ ਆਦਿ ਵੀ ਕੀਟ ਪਤੰਗਿਆਂ ਦੀ ਰੋਕਥਾਮ ਦੇ ਲਈ ਵਰਤੇ ਜਾਂਦੇ ਨੇ। ਇਸੇ ਤਰ੍ਹਾਂ ਖੱਟੀ ਲੱਸੀ ਅਤੇ ਸੌਠਾਸਤਰ ਆਦਿ ਵੀ ਪ੍ਰਭਾਵਸ਼ਾਲੀ ਰੂਪ ਵਿੱਚ ਵਿਭਿੰਨ ਬਿਮਾਰੀਆਂ ਦੇ ਨਿਵਾਰਣ ਲਈ ਵਰਤੇ ਜਾਂਦੇ ਨੇ। ਕੁਦਰਤੀ ਖੇਤੀ ਨਾਲ ਦੇਸ਼ ਵਿੱਚ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ। ਆਓ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਵਿੱਚ ਮਹਾਭਾਰਤੀ ਦੀ ਧਰਤੀ ਨੂੰ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਤੋਂ ਮੁਕਤ ਕਰਵਾਉਣ ਦਾ ਸੰਕਲਪ ਲਈਏ। ਦੁਨੀਆ ਨੂੰ ਸਿਹਤਮੰਦ ਧਰਤੀ, ਸਿਹਤਮੰਦ ਜੀਵਨ ਦਾ ਰਸਤਾ ਦਿਖਾਈਏ। ਅੱਜ ਦੇਸ਼ 'ਚ ਆਤਮ ਨਿਰਭਰ ਭਾਰਤ ਦਾ ਸੁਪਨਾ ਪੂਰਾ ਕੀਤਾ ਹੈ। ਆਤਮ ਨਿਰਭਰ ਭਾਰਤ ਤਦ ਹੀ ਬਣ ਸਕਦਾ ਹੈ ਜਦੋਂ ਉਸ ਦੀ ਖੇਤੀ ਆਤਮ ਨਿਰਭਰ ਹੋਵੇਗੀ। ਇੱਕ ਕਿਸਾਨ ਆਤਮ ਨਿਰਭਰ ਬਣੇ। ਇਸ ਤਰ੍ਹਾਂ ਤਾਂ ਹੋ ਸਕਦਾ ਹੈ ਜਦੋਂ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੇ ਬਦਲੇ ਅਸੀਂ ਮਹਾਭਾਰਤੀ ਦੀ ਮਿੱਟੀ ਦਾ ਗਵਰਧਨ ਗੋਬਰ ਧਨ ਨਾਲ ਕਰੀਏ, ਕੁਦਰਤੀ ਤਰ੍ਹਾਂ ਨਾਲ ਕਰੀਏ ਅਤੇ ਹਰ ਦੇਸ਼ਵਾਸੀ ਸਾਰੀਆਂ ਚੀਜ਼ਾਂ ਦੇ ਹਿੱਤਾਂ ਵਿੱਚ, ਹਰ ਜੀਵ ਦੇ ਹਿੱਤਾਂ ਵਿੱਚ ਕੁਦਰਤੀ ਖੇਤੀ ਨੂੰ ਅਸੀਂ ਜਨ ਅੰਦੋਲਨ ਬਣਾਵਾਂਗੇ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਇਸ ਸ਼ੁਭ ਮੌਕੇ ਤੇ ਵਰਤਮਾਨ ਖੇਤੀ ਦੀ ਦਸ਼ਾ ਤੇ ਦਿਸ਼ਾ ਲਈ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਇਹ ਅਤ ਮਹੱਤਵਪੂਰਨ ਸੱਦਾ ਹੈ। ਦੇਸ਼ ਦੇ ਲੱਖਾਂ ਕਿਸਾਨਾਂ ਨੇ ਇਸ ਵਿਧੀ ਨੂੰ ਸਥਾਪਿਤ ਕਰ ਦਿੱਤਾ ਹੈ। ਗੁਜਰਾਤ ਸੂਬੇ ਦਾ ਡਾਂਗ ਜ਼ਿਲ੍ਹਾ ਤਾਂ ਪੂਰੀ ਤਰ੍ਹਾਂ ਹੀ ਕੁਦਰਤੀ ਖੇਤੀ ਵਾਲਾ ਜ਼ਿਲ੍ਹਾ ਐਲਾਨ ਦਿੱਤਾ ਗਿਆ ਹੈ। ਦੇਸ਼ ਦੇ ਕਈ ਪਿੰਡ ਅੱਜ ਇਸ ਪਾਸੇ ਵੱਲ ਪਰਤ ਰਹੇ ਨੇ ਕਿਉਂਕਿ ਇਸ ਨਾਲ ਕਿਸਾਨਾਂ ਦੇ ਜੀਵਨ ਵਿੱਚ ਤਰੱਕੀ ਹੋ ਰਹੀ ਹੈ। ਮੇਰਾ ਨਾਮ ਸਤਿਆ ਹੈ। ਮੇਰਾ 150 ਪੌਦਾ ਹੈ ਜਿੱਥੇ ਮੈਂ ਕੁਦਰਤੀ ਖੇਤੀ ਵਾਲਾ ਸਪਰੇਅ ਕਰ ਰਹੀ ਹਾਂ। ਪਹਿਲਾਂ ਜਿਹੜਾ ਸਪਰੇਅ ਅਸੀਂ ਦੁਕਾਨਾਂ ਤੋਂ ਖਰੀਦ ਕੇ ਕਰਦੇ ਸੀ ਉਸ ਨਾਲ ਸਾਡਾ ਖਰਚ ਜ਼ਿਆਦਾ ਆਉਂਦਾ ਸੀ, ਪੈਸਾ ਵੀ ਜ਼ਿਆਦਾ ਲੱਗਦਾ ਸੀ। ਇਸ ਨਾਲ ਸਾਡਾ ਖਰਚ ਵੀ ਘਟਿਆ ਹੈ ਤੇ ਫਲ ਵੀ ਚੰਗਾ ਆਇਆ ਹੈ, ਜਿਸ ਲਈ ਸਾਨੂੰ ਯੂਰੀਆ ਪਾਉਣ ਦੀ ਵੀ ਲੋੜ ਨਹੀਂ ਹੈ। ਪਹਿਲਾਂ ਸਾਡਾ 5000 ਦਾ ਖਰਚ ਆਉਂਦਾ ਸੀ ਸਪਰੇਅ ਦਾ, ਤਾਂ ਹੁਣ ਸ਼ਾਇਦ 500 ਦਾ ਖਰਚਾ ਵੀ ਨਹੀਂ ਆਇਆ। ਇਸ ਲਈ ਮੈਂ ਆਪਣੇ ਬਗੀਚੇ ਤੋਂ ਸ਼ੁਰੂ ਕਰਿਆ ਤੇ ਇਸ ਸਾਲ ਸਭ ਨੂੰ ਦੱਸ ਰਹੀ ਹਾਂ ਕਿ ਅੱਗੇ ਲਈ ਤੁਸੀਂ ਵੀ ਜੋ ਮੈਂ ਕੀਤਾ ਆਪਣੇ ਬਗੀਚੇ ਵੀ ਤੁਸੀਂ ਵੀ ਇਹ ਸਪਰੇਅ ਕਰਕੇ ਦੇਖੋ। ਦਿਲ ਖੁਸ਼ ਹੋ ਜਾਂਦਾ ਸਰ, ਆਪਣੀ ਫਸਲ ਇਸ ਤਰ੍ਹਾਂ ਨਾਲ ਵਧੀਆ ਹੋਵੇ ਤਾਂ ਦਿਲ ਖੁਸ਼ ਹੋ ਜਾਂਦਾ। ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਨਾਲ ਫਸਲ ਦੀ ਉਪਜ ਵਿੱਚ ਵਾਧਾ ਹੋਇਆ ਹੈ, ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ, ਧਰਤੀ ਮਾਤਾ ਸੁਖੀ ਹੈ। ਉਸ ਨੂੰ ਲੱਗਦਾ ਹੈ ਕਿ ਕਿਸਾਨ ਨੇ ਵਧੀਆ ਤਰੀਕੇ ਦੇ ਨਾਲ ਉਸ ਦਾ ਚੰਗਾ ਧਿਆਨ ਰੱਖਿਆ ਹੈ ਔਰ ਉਸ ਲਈ ਉਸ ਨੂੰ ਚੰਗਾ ਖਾਣਾ ਅਤੇ ਚੰਗੀ ਖੇਤੀ ਵਾਪਸ ਕਰਨੀ ਚਾਹੀਦੀ ਹੈ। ਕੋਵਿਡ ਵਰਗੀ ਮਹਾਮਾਰੀ ਦੀ ਸਥਿਤੀ ਵਿੱਚ ਲੋਕਾਂ ਨੂੰ ਸਮਝ ਆਈ ਕਿ ਜੇ ਅਸੀਂ ਖੁਰਾਕ ਵਿੱਚ ਸ਼ੁੱਧੀਕਰਨ ਕਰਾਂਗੇ ਤਾਂ ਹੀ ਬਚਾਂਗੇ। ਤਾਂ ਹੁਣ ਇਹ ਲੋਕਾਂ ਨੂੰ ਸਮਝ ਆਇਆ, ਖਪਤਕਾਰਾਂ ਨੂੰ ਸਮਝ ਆਇਆ ਕਿ ਕੁਦਰਤੀ ਖੁਰਾਕ ਖਾਵਾਂਗੇ ਤਾਂ ਬਚਾਂਗੇ। ਸਾਡਾ ਪੈਸਾ ਵੀ ਬਚਿਆ ਅਤੇ ਸਮਾਂ ਵੀ ਬਚ ਰਿਹਾ ਹੈ ਅਤੇ ਸਾਡੀ ਜੋ ਹੈ ਖੇਤੀ ਦੀ ਧਰਤੀ ਮਾਂ ਦੀ ਸਿਹਤ ਵੀ ਚੰਗੀ ਹੋ ਰਹੀ ਹੈ ਅਤੇ ਉਸ ਦੇ ਨਾਲੋਂ ਨਾਲ ਸਾਡੀ ਵੀ ਸਿਹਤ ਚੰਗੀ ਹੋ ਰਹੀ ਹੈ। ਇਹੀ ਤਾਂ ਹੈ ਆਤਮ ਨਿਰਭਰ ਕਿਸਾਨ ਜੋ ਲਿਆ ਰਹੇ ਨੇ ਪਿੰਡੋਂ ਪਿੰਡ ਖੁਸ਼ਹਾਲੀ ਅਤੇ ਬਣਾ ਰਹੇ ਨੇ ਆਤਮ ਨਿਰਭਰ ਭਾਰਤ। ਕੁਦਰਤੀ ਖੇਤੀ, ਆਤਮ ਨਿਰਭਰ ਭਾਰਤ ਦੇ ਆਤਮ ਨਿਰਭਰ ਕਿਸਾਨ ਦੀ ਖੁਸ਼ੀ।